ਓਮ ਸ਼ਾਂਤੀ। ਅੱਜ 1/5/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਆਪਣੀ ਤਰੱਕੀ ਲਈ ਅੰਮ੍ਰਿਤ ਵੇਲੇ ਜਾਗੋ ਅਤੇ ਬਾਪ ਨੂੰ ਯਾਦ ਕਰੋ। ਸਵੇਰ ਦਾ ਵੇਲਾ ਕਮਾਈ ਲਈ ਬਹੁਤ ਵਧੀਆ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਸਦਾ ਲਈ ਸੁਰੱਖਿਅਤ ਰਹਿਣ ਦਾ ਆਧਾਰ ਕੀ ਹੈ? ਉਸ ਨੂੰ ਹਮੇਸ਼ਾ ਸੁਰੱਖਿਅਤ ਕਿਹਾ ਜਾਏਗਾ। ਅੱਜ ਬਾਬਾ ਦਾ ਉੱਤਰ ਹੈ, ਇਹ ਬਾਪ ਦੀ ਸ਼੍ਰੀਮਤ ਹੈ ਜੋ ਤੁਹਾਨੂੰ ਹਮੇਸ਼ਾ ਸੁਰੱਖਿਅਤ ਰੱਖਦੇ ਹੈ। ਕਦੇ ਕੋਈ ਦੁੱਖ ਜਾਂ ਮੁਸੀਬਤ ਨਹੀਂ ਆਵੇਗੀ। ਤੁਸੀਂ ਬੱਚੇ ਇੰਨੇ ਭਾਗਿਆ ਵਾਲੇ ਬਣ ਜਾਂਦੇ ਹੋ ਕਿ ਤੁਹਾਨੂੰ ਕਦੇ ਵੀ ਕੋਈ ਦੁੱਖ ਨਹੀਂ ਪਹੁੰਚ ਸਕਦਾ। ਤੰਦਰੁਸਤ ਸਰੀਰ ਬਣੇਗਾ। ਆਪਣੀ ਕਿਸਮਤ ਦੇ ਗੁਣ ਗਾਉਂਦੇ ਰਹੋਗੇ। ਜਿਹੜੇ ਉੱਠਦੇ ਬੈਠਦੇ ਬਾਪ ਨੂੰ ਯਾਦ ਕਰਦੇ ਰਹਿੰਦੇ ਹੈ, ਉਹ ਭਾਗਿਆਵਾਨ ਵਾਲੇ ਬੱਚੇ ਬਣ ਜਾਂਦੇ ਹੈ। ਕੇਵਲ ਉਹ ਹੀ ਹਮੇਸ਼ਾ ਸੁਰੱਖਿਅਤ ਰਹਿੰਦੇ ਹੈ। ਗੀਤ ਹੈ, ਰਾਤ ਦੇ ਰਾਹੀ ਥੱਕ ਮਤ ਜਾਣਾ, ਸੁਬਹ ਦੀ ਮੰਜ਼ਿਲ ਦੂਰ ਨਹੀਂ। ਓਮ ਸ਼ਾਂਤੀ। ਮਿੱਠੀਆਂ ਕੋਸ਼ਿਸ਼ਾਂ ਕਰਨ ਵਾਲੇ ਬੱਚਿਆਂ ਨੂੰ ਆਪਣੇ ਯਤਨਾਂ ਅਨੁਸਾਰ, ਗਿਣਤੀ ਅਨੁਸਾਰ ਇਸ ਗੀਤ ਦਾ ਅਰਥ ਆਪ ਹੀ ਪਤਾ ਹੋਣਾ ਚਾਹੀਦਾ ਹੈ। ਅਸਲ ਅਰਥ ਉਹ ਸਮਝ ਸਕਦੇ ਹੈ ਜੋ ਯਾਤਰਾ ਤੇ ਹਾਜ਼ਰ ਹੁੰਦੇ ਹੈ। ਹੁਣ ਇਹ ਯਾਤਰਾ ਰਾਤ ਦੀ ਹੈ, ਜਦੋਂ ਕਿ ਭੌਤਿਕ ਯਾਤਰਾ ਦਿਨ ਵੇਲੇ ਹੁੰਦੀ ਹੈ। ਜਦੋਂ ਉਹ ਅਮਰਨਾਥ ਬਦਰੀਨਾਥ ਜਾਂਦੇ ਹੈ ਤਾਂ ਦਿਨ ਵੇਲੇ ਯਾਤਰਾ ਕਰਦੇ ਹੈ ਅਤੇ ਰਾਤ ਨੂੰ ਸੌਂਦੇ ਹੈ। ਅਤੇ ਤੁਹਾਡੇ ਬੱਚਿਆਂ ਦੀ ਯਾਤਰਾ ਰਾਤ ਦੀ ਹੈ। ਦਿਨ ਵੇਲੇ ਤੁਹਾਨੂੰ ਆਪਣੇ ਸਰੀਰ ਦੀ ਰੋਜੀ ਰੋਟੀ ਲਈ ਕੰਮ ਕਰਨਾ ਪੈਂਦਾ ਹੈ। ਉਹ ਕੰਮ ਤੇ ਜਾਂਦੇ ਹੈ ਅਤੇ ਮਾਮਾ ਘਰ ਦੀ ਦੇਖਭਾਲ ਕਰਦੀਆਂ ਹੈ। ਸਭ ਤੋਂ ਵੱਡੀ ਤਰੱਕੀ ਰਾਤ ਨੂੰ ਹੁੰਦੀ ਹੈ, ਜਦੋਂ ਸਾਰੇ ਲੋਕ ਸੁੱਤੇ ਹੁੰਦੇ ਹੈ। ਉਸ ਸਮੇਂ ਤੁਹਾਡੀ ਬਹੁਤ ਚੰਗੀ ਯਾਤਰਾ ਹੋ ਸਕਦੀ ਹੈ। ਅੰਮ੍ਰਿਤ ਵੇਲੇ ਸ਼ਰਧਾਲੂ ਯਾਦ ਵਿੱਚ ਰਹਿੰਦੇ ਹੈ। ਬੱਚਿਆਂ ਉਹ ਤਰੱਕੀ ਕਰਨੀ ਹੈ ਤਾਂ ਬਾਪ ਤੁਹਾਨੂੰ ਸਲਾਹ ਦਿੰਦੇ ਹੈ, ਨੀਂਦ ਨੂੰ ਜਿੱਤਣ ਵਾਲੇ ਬਣੋ। ਇਹ ਵੀ 5000 ਸਾਲ ਪਹਿਲੇ ਕਿਹਾ ਗਿਆ ਸੀ। ਭਾਵੇਂ ਤੁਸੀਂ ਸਵੇਰੇ ਸੌਂਦੇ ਹੋ, ਇਹ ਕਹਾਵਤ ਹੈ, ਜਲਦੀ ਸੌਣ ਲਈ, ਜਲਦੀ ਉੱਠਣ ਲਈ। ਇਹ ਗੁਣ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਯਕੀਨਨ ਤੁਸੀਂ ਇੱਕ ਅਮੀਰ ਬਣ ਜਾਂਦੇ ਹੋ ਕਿ ਤੁਹਾਨੂੰ ਕਦੇ ਵੀ ਪੈਸੇ ਦੀ ਚਿੰਤਾ ਨਹੀਂ ਹੁੰਦੀ। ਤੁਹਾਨੂੰ ਸ਼ਿਵਾਲਿਆ ਵਿੱਚ 21 ਜਨਮਾਂ ਦੀ ਵਿਰਾਸਤ ਮਿਲਦੀ ਹੈ। ਇੱਥੇ ਤੁਸੀਂ ਜਨਮਾਂ ਜਨਮਾਂ ਦਾ ਸੁੱਖ ਦੁੱਖ ਦੇਖਦੇ ਹੋ ਅਤੇ ਤੁਹਾਡਾ ਵਰਤਮਾਨ ਅੱਛਾ ਬਣ ਜਾਂਦਾ ਹੈ। 21 ਜਨਮਾਂ ਦੀ ਬਾਦਸ਼ਾਹੀ ਲੈਂਦੇ ਹੈ। ਇਹ ਹੈਰਾਨੀ ਦੀ ਗੱਲ ਨਹੀਂ ਹੈ। ਅਜਿਹੇ ਯਤਨਾਂ ਨੂੰ ਪ੍ਰੇਰਿਤ ਕਰਨ ਵਾਲਾ ਕੋਈ ਨਹੀਂ ਹੈ। ਅਵਿਨਾਸ਼ੀ ਬਾਪ ਤੁਹਾਨੂੰ ਅਵਿਨਾਸ਼ੀ ਯਾਤਰਾ ਕਰਨ ਦੀ ਪ੍ਰੇਰਨਾ ਦਿੰਦੇ ਹੈ। ਇੱਥੇ ਉਹ ਪੈਸੇ ਲਈ ਕੀ ਨਹੀਂ ਕਰਦੇ। ਪਿਤਾ ਬੱਚਿਆਂ ਨੂੰ ਮਾਰਦੇ ਹੈ, ਬੱਚੇ ਪਿਤਾ ਨੂੰ ਮਾਰਦੇ ਹੈ। ਹੁਣ ਤੁਸੀਂ ਅਵਿਨਾਸ਼ੀ ਬਾਪ ਤੋਂ ਅਵਿਨਾਸ਼ੀ ਵਰਸਾ ਲੈਣਾ ਚਾਹੁੰਦੇ ਹੋ। ਇਸ ਲਈ ਤੁਹਾਨੂੰ ਅਵਿਨਾਸ਼ੀ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਪਵੇਗਾ। ਅਤੇ ਕੋਈ ਸਮੱਸਿਆ ਨਹੀਂ। ਇਹ ਸਿਰਫ 2 ਅੱਖਰ ਹੈ। ਇਸ ਨੂੰ ਮਹਾਮੰਤਰ ਕਿਹਾ ਜਾਂਦਾ ਹੈ। ਬਸ ਇਹਨਾਂ 2 ਅੱਖਰਾਂ ਨੂੰ ਯਾਦ ਕਰਨ ਨਾਲ ਸ਼ਾਹੀ ਤਿਲਕ ਪ੍ਰਾਪਤ ਹੁੰਦਾ ਹੈ। ਹੁਣ ਇਸ ਯਾਦ ਵਿੱਚ ਸ਼ਕਤੀ ਹੈ। ਜਿੰਨਾ ਬਾਪ ਨੂੰ ਯਾਦ ਕਰਦੇ ਹੋ, ਯੋਗ ਅਤੇ ਗਿਆਨ, ਇੱਥੇ ਸ਼ਾਸਤਰ ਆਦਿ ਦੇ ਗਿਆਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦੋਂ ਤੋਂ ਅੱਖਰ ਯਾਦ ਕਰਨ ਲਈ ਕਿਹਾ ਤਾਂ ਸਮੇਂ ਨਹੀਂ ਬਚਿਆ। ਉਹ ਕਹਿੰਦੇ ਹੈ ਕਿ ਉਹ ਯਾਦ ਨਹੀਂ ਰੱਖ ਸਕਦੇ, ਉਹ ਭੁੱਲਦੇ ਰਹਿੰਦੇ ਹੈ। 2 ਅੱਖਰਾਂ ਦੀ ਯਾਤਰਾ ਨਹੀਂ ਕਰ ਸਕਦੇ। ਤੁਸੀਂ ਲੋਕ ਗੀਤ, ਕਵਿਤਾ, ਸਵਾਲ ਰਚਦੇ ਹੋ, ਯਾਦ ਰੱਖੋ। ਅਸਲ ਵਿੱਚ ਇੱਥੇ ਇਹਨਾਂ ਸਭ ਦੀ ਲੋੜ ਨਹੀਂ ਹੈ। ਇੱਥੇ ਤੁਹਾਨੂੰ ਚੁੱਪ ਰਹਿਣਾ ਪਵੇਗਾ ਕਿ ਤੁਸੀਂ ਬੀਜ ਅਤੇ ਰੁੱਖ ਨੂੰ ਨਹੀਂ ਸਮਝ ਸਕਦੇ। ਜਿਵੇਂ ਹੀ ਤੁਸੀਂ ਬੀਜ ਨੂੰ ਹੱਥ ਵਿੱਚ ਲਓਗੇ ਤਾਂ ਸਾਰਾ ਰੁੱਖ ਤੁਹਾਡੇ ਸਾਹਮਣੇ ਆ ਜਾਵੇਗਾ। ਇਸ ਵਿੱਚ 4 ਯੁਗ ਅਤੇ 4 ਵਰਣ ਹੈ। ਇਹ ਸਭ ਮਨ ਵਿੱਚ ਲਿਆਓ, ਕੋਈ ਦੇਰੀ ਨਹੀਂ ਹੈ। ਤੁਸੀਂ 1 ਸੈਕਿੰਡ ਵਿੱਚ ਸਵਰਗ ਦੀ ਪ੍ਰਭੂ ਸੱਤਾ ਪ੍ਰਾਪਤ ਕਰਦੇ ਹੋ। ਬਸ ਯਾਦ ਵਿੱਚ ਰਹਿਣਾ ਹੈ। ਇੰਟਰਵਿਊ 1 ਸੈਕਿੰਡ ਵਿੱਚ ਕਰਵਾਇਆ ਜਾਂਦਾ ਹੈ। ਉਸ ਸਮੇਂ ਇਹ ਸਵਰਗ ਦਾ ਜਾਂ ਕ੍ਰਿਸ਼ਨਪੁਰੀ ਵਿੱਚ ਹੋਣ ਵਰਗਾ ਹੈ। 2 ਹੀ ਗੱਲਾਂ ਯਾਦ ਰੱਖਣੀਆਂ ਹੈ, ਇੱਕ ਬਾਪ ਦਾ ਸਿਮਰਨ, ਦੂਜਾ ਮਨੁੱਖ ਤੋਂ ਦੇਵਤਿਆਂ ਵਿੱਚ ਬਦਲਣ ਦਾ ਇਹ ਉੱਚਾ ਗਿਆਨ। ਦੇਵਤਾ ਪਵਿੱਤਰ ਹੈ,
ਗਿਆਨ ਹਮੇਸ਼ਾ ਬ੍ਰਹਮਚਾਰੀ ਵਿੱਚ ਪੜਾਇਆ ਜਾਂਦਾ ਹੈ। ਜਦੋਂ ਤੁਸੀਂ ਪੜ੍ਹ ਕੇ ਘਰ ਸੰਭਾਲਣ ਦੇ ਯੋਗ ਹੋ ਜਾਂਦੇ ਹੋ ਤਾਂ ਬਾਅਦ ਵਿੱਚ ਤੁਹਾਨੂੰ ਵਿਆਹ ਕਰਨਾ ਪੈਂਦਾ ਹੈ। ਸਿਰਜਣਹਾਰ ਆਪਣੇ ਪਰਿਵਾਰਿਕ ਮੈਂਬਰਾਂ ਦੀ ਦੇਖਭਾਲ ਕਰਨਗੇ, ਇਸ ਲਈ ਉਹਨਾਂ ਨੂੰ ਆਪਣੀ ਆਮਦਨ ਦੀ ਲੋੜ ਹੈ ਨਾ। ਇਸ ਲਈ ਬ੍ਰਹਮਚਾਰੀ ਵਿੱਚ ਆਮਦਨ ਹੈ। ਅੱਜ ਕੱਲ੍ਹ ਉਹ ਪੈਸੇ ਦੇ ਭੁੱਖੇ ਹੋ ਗਏ ਹੈ। ਥੋੜ੍ਹਾ ਕਮਾਇਆ ਅਤੇ ਫਿਰ ਕੋਈ ਹੋਰ ਕੋਰਸ ਕਰੋ। ਹੁਣ ਬਾਪ ਕਹਿੰਦੇ ਹੈ, ਬੱਚਿਓ, ਇਹ ਕੋਰਸ ਬਹੁਤ ਹੀ ਆਸਾਨ ਹੈ। ਰਾਤ ਨੂੰ ਜਾਗ ਕੇ ਕੇਵਲ ਸ਼੍ਰੀਮਤ ਦਾ ਅਭਿਆਸ ਕਰੋ। ਬੁੱਧੀ ਲਈ ਰਾਤ ਨੂੰ ਸਫ਼ਰ ਕਰਨਾ ਬਹੁਤ ਆਸਾਨ ਹੈ ਅਤੇ ਬਹੁਤ ਮਦਦ ਮਿਲੇਗੀ। 2-3 ਵਜੇ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਸਵੇਰੇ ਜਲਦੀ ਉੱਠੋ ਅਤੇ ਸਵੈ ਬੁੱਧੀ ਦਾ ਡਿਸਕ ਘੁਮਾਓ। ਇਹ ਬੁੱਧੀ ਦਾ ਕੰਮ ਹੈ। ਬਾਪ ਦਾ ਹੁਕਮ ਹੈ, ਮੈਨੂੰ ਲਗਾਤਾਰ ਯਾਦ ਕਰੋ, ਤੇਰੇ ਪਾਪ ਮਾਫ ਹੋ ਜਾਣਗੇ। ਨਹੀਂ ਤਾਂ ਤੁਸੀਂ ਸਜਣੀਆਂ ਨੂੰ ਆਪਣੇ ਨਾਲ ਕਿਵੇਂ ਲੈ ਜਾਵਾਂਗਾ। ਤੁਸੀਂ ਆਪ ਪਵਿੱਤਰ ਸਜਣੀਆਂ ਹੋ। ਸਭ ਦੇ ਪੰਖ ਟੁੱਟੇ ਹੋਏ ਹੈ। ਹੁਣ ਕੇਵਲ ਉਸ ਨੂੰ ਯਾਦ ਕਰੋ ਅਤੇ ਤੁਸੀਂ ਪਵਿੱਤਰ ਹੋ ਜਾਓਗੇ। ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ। ਭਾਵੇਂ ਦਿਨ ਵੇਲੇ ਕੋਈ ਕੰਮ ਚੇਤਾ ਨਾ ਹੋਵੇ, ਰਾਤ ਨੂੰ ਯਾਦ ਦੀ ਯਾਤਰਾ ਆਸਾਨ ਹੈ ਅਤੇ ਤੁਹਾਨੂੰ ਬਹੁਤ ਮਦਦ ਮਿਲੇਗੀ। ਮੁੱਖ ਗੱਲ ਹੈ ਯਾਦ ਦੀ ਯਾਤਰਾ। ਤੁਸੀਂ ਜਾਣਦੇ ਹੋ ਕਿ ਤੁਸੀਂ ਆਤਮਾਵਾਂ ਹੋ। ਪਰਮ ਪਿਤਾ ਪਰਮ ਆਤਮਾ ਸਾਨੂੰ ਸਿਖਾ ਰਹੇ ਹੈ। ਤੁਹਾਨੂੰ ਉਸ ਨਾਲ ਪੜ੍ਹਾਈ ਕਰਨੀ ਪਵੇਗੀ। ਉਹ ਪਿਤਾ ਵੀ ਹੈ, ਅਸੀਂ ਉਸ ਦੇ ਬੱਚੇ ਹਾਂ। ਤੁਸੀਂ ਜਾਣਦੇ ਹੋ ਕਿ ਤੁਸੀਂ ਆਤਮਾਵਾਂ ਆ ਕੇ ਸ਼ਿਵ ਬਾਬਾ ਨੂੰ ਮਿਲੀਆਂ ਹੈ। ਰੂਹ ਅਤੇ ਪਰਮਾਤਮਾ ਲੰਬੇ ਸਮੇਂ ਲਈ ਵਿਛੜ ਗਏ ਸੀ। ਜੀਵ ਆਤਮਾ ਆ ਕੇ ਬਾਪ ਨੂੰ ਮਿਲ ਜਾਂਦੀਆਂ ਹੈ। ਇਸ ਲਈ ਯਕੀਨੀ ਤੌਰ ਤੇ ਪਰਮਾਤਮਾ ਨੇ ਵੀ ਜੀਵ ਆਤਮਾ ਬਣਾਉਣਾ ਹੈ। ਉਹ ਪਰਮ ਆਤਮਾ ਹੈ। ਆਤਮਾ ਅਤੇ ਪਰਮਾਤਮਾ ਦਾ ਸਵਰੂਪ ਕੇਵਲ ਇੱਕ ਹੈ। ਜਿਸ ਤਰ੍ਹਾਂ ਤਾਰੇ ਚਮਕ ਰਹੇ ਹੈ, ਉਸੇ ਤਰ੍ਹਾਂ 84 ਜਨਮਾਂ ਦਾ ਭਾਗ ਆਤਮਾਵਾਂ ਵਿੱਚ ਦਰਜ ਹੈ। ਬਾਪ ਕਹਿੰਦੇ ਹੈ, ਮੈਂ ਵੀ ਐਕਟਰ ਹਾਂ। ਮੈਂ ਵੀ ਨਾਟਕ ਵਿੱਚ ਬੰਧਿਆ ਹੋਇਆ ਹਾਂ। ਇਹ ਸੰਸਾਰ ਨਹੀਂ ਜਾਣਦਾ ਕਿ ਮੈਂ ਸੰਗਮ ਯੁੱਗ ਦੇ ਇਲਾਵਾ ਹਰ ਚੱਕਰ ਵਿੱਚ ਨਹੀਂ ਆ ਸਕਦਾ। ਕਈ ਵੀ ਪਿਤਾ ਆਦਿ ਆਉਂਦੀਆਂ ਰਹਿੰਦੀਆਂ ਹੈ। ਬਾਪ ਕਹਿੰਦੇ ਹੈ, ਮੈਂ ਉਦੋਂ ਹੀ ਆਉਂਦਾ ਹਾਂ ਜਦੋਂ ਸਾਰੇ ਅਪਵਿੱਤਰ ਹੋ ਜਾਂਦੇ ਹੈ। ਮੈਂ ਨਈ ਦੁਨੀਆ ਦਾ ਸਿਰਜਣਹਾਰ ਹਾਂ। ਮੈਂ ਅਪਵਿੱਤਰ ਸੰਸਾਰ ਵਿੱਚ ਆਉਂਦਾ ਹਾਂ। ਆਤਮਾ ਪਹਿਲੇ ਅਪਵਿੱਤਰ ਹੋ ਜਾਂਦੀ ਹੈ। ਆਤਮਾ ਜਾਣਦੀ ਹੈ ਕਿ ਅਸੀਂ ਪਹਿਲੇ ਪਵਿੱਤਰ ਸੀ ਅਤੇ ਹੁਣ ਅਪਵਿੱਤਰ ਹੋ ਗਏ ਹੈ। ਇਹ ਉਪਦੇਸ਼ ਤੁਹਾਨੂੰ ਹੀ ਮਿਲਦਾ ਹੈ। ਅਧਿਆਪਕ ਦੇ ਸਾਹਮਣੇ ਵਾਲੇ ਵਿਦਿਆਰਥੀ ਹੀ ਸਿੱਖਿਆ ਪ੍ਰਾਪਤ ਕਰਦੇ ਹੈ। ਤੁਹਾਨੂੰ ਇਹ ਉਪਦੇਸ਼ ਸਭ ਤੋਂ ਪਹਿਲੇ ਪ੍ਰਾਪਤ ਹੁੰਦਾ ਹੈ। ਇਹਨਾਂ 5 ਵਿਕਾਰਾਂ ਨੂੰ ਜਿੱਤ ਲਵੋ। ਆਪਣੇ ਪਾਪਾਂ ਨੂੰ ਯੋਗ ਦੀ ਅਗਨੀ ਨਾਲ ਸਾੜ ਦਿਓ। ਇਹ ਵਿਕਾਰ ਤੁਹਾਨੂੰ ਕਬਰ ਵਿੱਚ ਲੈ ਗਿਆ ਹੈ। ਇਸ ਨੂੰ ਜ਼ਹਿਰ ਕਿਹਾ ਜਾਂਦਾ ਹੈ। ਤੁਸੀਂ ਗਿਆਨ ਦੇ ਅੰਮ੍ਰਿਤ ਨਾਲ ਪਵਿੱਤਰ ਹੋ ਜਾਂਦੇ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰਨਾ ਬਹੁਤ ਆਸਾਨ ਹੈ। ਕੁਝ ਆਤਮਾ ਕਹਿੰਦੀਆਂ ਹੈ ਕਿ ਬਾਬਾ ਦਾ ਪ੍ਰਭਾਵ ਨਹੀਂ ਹੈ। ਉਹ ਵੱਡੀਆਂ ਭੈਣਾਂ ਵਾਂਗ ਸਮਝਾ ਨਹੀਂ ਸਕਦੀਆਂ। ਬਾਪ ਕਹਿੰਦੇ ਹੈ, ਬੱਚਿਓ, ਇਹ ਹਰੇਕ ਦੇ ਕਰਮਾਂ ਦਾ ਲੇਖਾ ਹੈ। ਕਈ ਤਾਂ 25-30 ਸਾਲ ਤੇ ਹੋ ਜਾਣ ਤੋਂ ਬਾਅਦ ਵੀ ਗ੍ਰਹਿਣ ਨਹੀਂ ਕਰ ਪਾਉਂਦੇ। ਤੁਹਾਡੀਆਂ ਆਤਮਾ ਦਾ ਪਿਤਾ ਪਰਮਾਤਮਾ ਹੈ। ਉਹ ਸਵਰਗ ਦਾ ਸਿਰਜਣਹਾਰ ਹੈ। ਬਾਪ ਦਾ ਤੁਹਾਨੂੰ ਸਵਰਗ ਦੀ ਵਿਰਾਸਤ ਦੇਣ ਆਇਆ ਹੈ। ਤੁਸੀਂ ਘੱਟੋ ਘੱਟ ਬਾਪ ਨੂੰ ਯਾਦ ਕਰੋ। ਤੁਸੀਂ ਬੱਚਿਆਂ ਨੇ ਹੀ ਚਲਾਕ ਬਣਨਾ ਹੈ। ਤੁਸੀਂ ਬੱਚੇ ਪਹਿਲੇ ਆਪਣੇ ਬੱਚਿਆਂ ਤੇ ਰਹਿਮ ਕਰੋ। ਤੁਸੀਂ ਬੱਚੇ ਸਮਝਦੇ ਹੋ ਕਿ ਇਸ ਸਮੇਂ ਤੁਸੀਂ ਆਪਣੇ ਸਭ ਤੋਂ ਪਿਆਰੇ ਪਰਮ ਪਿਤਾ ਪਰਮਾਤਮਾ ਦੇ ਸਨਮੁਖ ਬੈਠੇ ਹੋ। ਪਿਛਲੇ ਚੱਕਰ ਵਿੱਚ ਵੀ ਬਾਬਾ ਨੇ ਪਿਤਾ ਨੇ ਸਵਰਗ ਦੀ ਬੇਅੰਤ ਵਿਰਾਸਤ ਦੀ ਥੀ। ਬਾਪ ਕਹਿੰਦੇ ਹੈ, ਇਸ ਸਰੀਰ ਦਾ ਕਰਜ਼ਾ ਮੈਂ ਵੀ ਲੈਣਾ ਹੈ। ਕਿਰਾਏ ਤੇ ਬੈਠਾ ਹਾਂ। ਜੇ ਤੁਹਾਡੇ ਕੋਲ ਆਪਣਾ ਨਹੀਂ ਹੈ ਤਾਂ ਤੁਸੀਂ ਯਕੀਨਨ ਤੌਰ ਤੇ ਇਸ ਨੂੰ ਕਿਰਾਏ ਤੇ ਲਓਗੇ। ਇਹ ਉਹ ਰੱਥ ਹੈ ਜਿਸ ਵਿੱਚ ਹਰ ਚੱਕਰ ਵਿੱਚ ਸਵਾਰ ਹੁੰਦਾ ਹਾਂ। ਤੁਸੀਂ ਰੱਥ ਵਿੱਚ ਰਥਵਾਨ ਨੂੰ ਵੇਖ ਰਹੇ ਹੋ ਕਿ ਪਹਿਲੇ ਗੀਤਾ ਪੜ੍ਹ ਕੇ ਕੁਝ ਸਮਝ ਨਹੀਂ ਆਉਂਦਾ ਸੀ। ਜਿੱਥੇ ਅਰਜੁਨ ਅਤੇ ਘੋੜਿਆਂ ਦੇ ਰਥ ਨੂੰ ਬੈਠ ਦਿਖਾਇਆ ਗਿਆ ਹੈ। ਤੇਰਾ ਪਿਤਾ ਸਾਰਥੀ ਹੈ। ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਮੈਨੂੰ
ਬਾਪ ਨੂੰ ਯਾਦ ਕਰੋ। ਫਿਰ ਇੱਕ ਚਾਰਟ ਰੱਖੋ। 21 ਜਨਮਾਂ ਦੀਆਂ ਖੁਸ਼ੀਆਂ ਦੇਣ ਵਾਲਾ ਮਿੱਤਰ ਨੂੰ ਕਿਹਾ ਜਾਂਦਾ ਯਾਦ ਨਹੀਂ ਕਰਦੇ ਹੈ, ਪਰ ਇਹ ਗੁਮਨਾਮ ਹੈ। ਹੁਣ ਬਾਪ ਕਹਿੰਦੇ ਹੈ ਕਿ ਤੂੰ ਆਤਮਾ ਹੈ ਅਤੇ ਬਾਪ ਦੀ ਸ਼੍ਰੀਮਤ ਦਾ ਪਾਲਨ ਕਰ। ਇਸ ਵਿੱਚ ਮਾਇਆ ਬਹੁਤ ਹੈਰਾਨ ਕਰਦੀ ਹੈ। ਉਹ ਵੀ ਕਿਸੇ ਮਾਸਟਰ ਤੋਂ ਘੱਟ ਨਹੀਂ ਹੈ। ਉਹ ਚੰਗੇ ਬੱਚਿਆਂ ਨੂੰ ਵੀ ਜਿੱਤਦੀ ਹੈ। ਬਾਬਾ ਤੁਹਾਨੂੰ ਸਵਰਗ ਦਾ ਮਾਲਕ ਬਣਾ ਕੇ ਮਾਇਆ ਤੁਹਾਨੂੰ ਚੰਡਾਲ ਦੇ ਜਨਮ ਲੈ ਦਿੰਦੀ ਹੈ, ਕਿਉਂਕਿ ਉਹ ਸ਼੍ਰੀਮਤ ਛਡਾ ਦਿੰਦੀ ਹੈ। ਇੱਥੇ ਤੁਸੀਂ ਬੱਚੇ ਜਾਣਦੇ ਹੋ ਕਿ ਰੱਬ ਤੁਹਾਨੂੰ ਸਿੱਖਿਆ ਦੇ ਰਹੇ ਹੈ। ਤੁਸੀਂ ਇੱਕ ਪਰਮਾਤਮ ਵਿਦਿਆਰਥੀ ਹੋ ਕਿ ਭਾਵੇਂ ਤੁਸੀਂ ਕੋਈ ਹੋਰ ਕੋਰਸ ਕਰੋ, ਤੁਹਾਨੂੰ ਅਜੇ ਵੀ ਅਧਿਆਪਕ ਯਾਦ ਰਹੇਗਾ। ਬਾਪ ਕਹਿੰਦੇ ਹੈ ਤੁਸੀਂ ਘਰ ਬੇਪਰਵਾਹ ਨਾਲ ਰਹਿ ਸਕਦੇ ਹੋ, ਪਰ ਹਮੇਸ਼ਾ ਖੁਸ਼ ਰਹਿਣ ਲਈ ਇਕੱਠੇ ਕੋਈ ਕੋਰਸ ਕਰਦੇ ਹੋ। ਬਾਬਾ ਆਖਦੇ ਨੇ ਆਪਣੀ ਬੁੱਧੀ ਦੇ ਯੋਗ ਉੱਥੇ ਹੀ ਲਗਾਉਣਾ ਚਾਹੀਦਾ ਹੈ। ਅਸੀਂ ਸ਼ਿਵ ਬਾਬਾ ਦੇ ਸਾਹਮਣੇ ਹਾਂ। ਤੁਸੀਂ ਬਾਪ ਦੇ ਘਰ ਆਏ ਹੋ। ਤੁਸੀਂ ਹੁਣ ਹਰਿਦੁਆਰ ਬੈਠੇ ਹੋ। ਹਰੀ ਪਰਮਾਤਮਾ ਆਪ ਬੈਠਾ ਹੈ। ਉੱਥੇ ਪਾਣੀ ਹੈ। ਇਹ ਸੱਚੇ ਹਰੀ ਦਾ ਦਰਵਾਜ਼ਾ ਹੈ। ਹਰੀ ਦਾ ਅਰਥ ਹੈ ਦੁੱਖ ਦੂਰ ਕਰਨ ਵਾਲਾ। ਇੱਥੇ ਹੁਣ ਦੁੱਖਾਂ ਨੂੰ ਦੂਰ ਕਰਨ ਵਾਲਾ ਸੁੱਖ ਦਾ ਦਾਤਾ ਤੇਰੇ सम्मुख ਬੈਠਾ ਹੈ। ਸ਼ਰਧਾਲੂ ਗੰਗਾ ਦੇ ਕਿਨਾਰੇ ਜਾ ਕੇ ਬੈਠ ਜਾਂਦੇ ਹੈ, ਇਹ ਸੋਚ ਕੇ ਕਿ ਇਹ ਗੰਗਾ ਦਾ ਕਿਨਾਰਾ ਹੈ। ਗੰਗਾ ਜਲ ਮੂੰਹ ਵਿੱਚ ਪਾਉਣਾ ਚਾਹੀਦਾ ਹੈ। ਜਦੋਂ ਕੋਈ ਮਰਦਾ ਹੈ ਤਾਂ ਉਹ ਉਹਨਾਂ ਨੂੰ ਗੰਗਾ ਦਾ ਪਾਣੀ ਪਿਲਾਉਂਦੇ ਹੈ। ਹੁਣ ਗੰਗਾ ਪਾਪੀਆਂ ਦੀ ਪਵਿੱਤਰਤਾ ਨਹੀਂ ਹੈ, ਕੇਵਲ ਸ਼ਿਵ ਬਾਬਾ ਹੀ ਪਾਵਨ ਹੈ। ਜੇ ਹਰ ਕੋਈ ਉਸ ਸ਼ਿਵ ਬਾਬਾ ਨੂੰ ਯਾਦ ਕਰ ਲਵੇ ਤਾਂ ਮਨ ਅੰਤ ਵੇਲੇ एक परमपिता परमात्मा शिव की तरफ लग जाए और बाबा ਨੂੰ ਯਾਦ ਕਰੇ। ਅੰਤ ਨੂੰ ਸ਼ਿਵ ਬਾਬਾ ਦੀ ਯਾਦ ਇਸ ਸਰੀਰ ਤਿਆਗਣਾ ਪੈਂਦਾ ਹੈ। ਅਸੀਂ ਹੁਣ ਮੁਕਤੀ ਦੀ ਧਰਤੀ ਸ਼ਿਵ ਬਾਬਾ ਕੋਲ ਜਾਣਾ ਹੈ। ਸਤਯੁਗ ਨੂੰ ਜੀਵਨ ਮੁਕਤੀ ਦੀ ਧਰਤੀ ਕਿਹਾ ਜਾਂਦਾ ਹੈ। ਨਿਵਾਸ ਨੂੰ ਨਿਵਾਸ ਸਥਾਨ ਕਿਹਾ ਜਾਂਦਾ ਹੈ। ਬਾਬਾ ਆਖਦੇ ਨੇ ਦੁੱਖ ਦੂਰ ਕਰਨ ਵਾਲਾ ਹੀ ਇੱਕ ਪਰਮਪਿਤਾ ਪਰਮਾਤਮਾ ਹੈ। ਹੁਣ ਤੁਸੀਂ ਬੱਚੇ ਸ਼ਿਵ ਬਾਬਾ ਅਤੇ ਉਹਨਾਂ ਦੇ ਸਵੀਟ ਹੋਮ ਨੂੰ ਯਾਦ ਕਰੋਗੇ। ਬਾਬਾ ਤੁਹਾਨੂੰ ਘਰ ਲੈਣ ਆਇਆ ਹੈ। ਤੁਸੀਂ ਹੁਣ ਸ਼ਿਵ ਬਾਬਾ ਦੇ ਮਿੱਠੇ ਘਰ ਨੂੰ ਯਾਦ ਕਰਨਾ ਹੈ। ਇੱਥੇ ਕੋਈ ਵੀ ਮਿੱਠਾ ਨਹੀਂ ਹੈ। ਸਿਰੇ ਤੇ ਬੈਠਾ ਕੋਈ ਕਹੇਗਾ ਸ਼ਿਵ ਬਾਬਾ ਨੂੰ ਯਾਦ ਕਰੋ। ਅੰਤ ਨੂੰ ਸ਼ਿਵ ਬਾਬਾ ਦੀ ਯਾਦ ਵਿੱਚ ਸਰੀਰ ਤਿਆਗਣਾ ਪੈਂਦਾ ਹੈ। ਅਸੀਂ ਹੁਣ ਮੁਕਤੀ ਦੀ ਧਰਤੀ ਸ਼ਿਵ ਬਾਬਾ ਕੋਲ ਜਾਣਾ ਹੈ। ਸਤਯੁਗ ਨੂੰ ਜੀਵਨ ਮੁਕਤੀ ਦੀ ਧਰਨੀ ਕਿਹਾ ਜਾਂਦਾ ਹੈ। ਬਾਬਾ ਆਖਦੇ ਨੇ ਸਾਰੀ ਬੁੱਧੀ ਦਾ ਯਾਤਰਾ ਵਿੱਚ ਹੈ। ਉੱਠਦਿਆਂ ਬੈਠਣ ਅਤੇ ਤੁਰਨ ਵੇਲੇ ਯਾਦ ਵਿੱਚ ਰਹੋ। ਬਾਪ ਕਹਿੰਦੇ ਹੈ ਰਾਤ ਦੇ ਮੁਸਾਫਿਰ ਥੱਕ ਮਤ ਜਾਣਾ। ਰਾਤ ਨੂੰ ਬਹੁਤ ਮਸਤੀ ਹੋਵੇਗੀ, ਫਿਰ ਉਹ ਨਸ਼ਾ ਦਿਨ ਵੇਲੇ ਵੀ ਜਾਰੀ ਰਹੇਗਾ। ਪਹਿਲੇ ਬਾਪ ਨੂੰ ਯਾਦ ਕਰੋ ਅਤੇ ਆਪਣੀ ਕਿਸਮਤ ਨੂੰ ਜਗਾਓ ਅਤੇ ਹਰ ਕਿਸੇ ਦੀ ਕਿਸਮਤ ਵੰਡੀ ਜਾਂਦੀ ਹੈ। ਤੁਹਾਡੀ ਕਿਸਮਤ ਹੁਣ ਜਾਗ ਰਹੀ ਹੈ। ਦੂਸਰੇ ਸੋ ਰਹੇ ਹੈ। ਜਿਨ੍ਹਾਂ ਦੀ ਬੁੱਧੀ ਵਿੱਚ ਸਮਾਂ ਪੈਸਾ ਕਮਾਉਣ ਵਿੱਚ ਲੱਗਿਆ ਹੋਇਆ ਹੈ, ਉਹ ਆਪਣੀ ਕਿਸਮਤ ਨੂੰ ਸੋਹਣਾ ਸਮਝਦੇ ਹੈ। ਤੇਰੀ ਸੱਚੀ ਕਿਸਮਤ ਜਾਗ ਰਹੀ ਹੈ। ਪੇਟ ਜ਼ਿਆਦਾ ਨਹੀਂ ਖਾਂਦਾ। ਭੀਲ ਲੋਕ ਕੀ ਖਾਂਦੇ ਹੈ? ਉਹ ਮਿਰਚ ਅਤੇ ਮੱਕੀ ਦੇ ਆਟੇ ਵਿੱਚ ਰਾ ਕੇ ਰੋਟੀ ਖਾਂਦੇ ਹੈ। ਇੱਥੇ ਤੁਹਾਨੂੰ ਸਭ ਕੁਝ ਮਿਲਦਾ ਹੈ। ਤੁਹਾਨੂੰ ਬਹੁਤ ਸਾਦਾ ਰਹਿਣਾ ਪਵੇਗਾ, ਤਾਂ ਬਹੁਤ ਅਮੀਰ ਅਤੇ ਨਾ ਹੀ ਬਹੁਤ ਗਰੀਬ। ਬਾਪ ਕਹਿੰਦੇ ਹੈ ਹੇ ਬੱਚਿਓ, ਮੈਨੂੰ ਯਾਦ ਕਰੋ। ਮੈਂ ਤੁਹਾਨੂੰ ਅੱਖਾਂ ਦੀ ਪਲਕਾਂ ਤੇ ਬਿਠਾ ਕੇ ਲੈ ਜਾਂਦਾ ਹਾਂ। ਸ਼੍ਰੀਮਤ ਦੀ ਪਾਲਣਾ ਕਰਨ ਦੁਆਰਾ ਤੁਸੀਂ ਹਮੇਸ਼ਾ ਸੁਰੱਖਿਅਤ ਰਹੋਗੇ। ਹਮੇਸ਼ਾ ਸੁਰੱਖਿਆ ਦਾ ਅਰਥ ਹੀ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਕੋਈ ਸਮੱਸਿਆ ਨਹੀਂ ਹੋਵੇਗੀ। ਇਸ ਹੱਦ ਤੱਕ ਮੈਂ ਤੁਹਾਨੂੰ ਹਮੇਸ਼ਾ ਸੁਰੱਖਿਅਤ ਬਣਾਉਂਦਾ ਹਾਂ। ਸਾਰੇ ਦੇ ਸਰੀਰ ਤੰਦਰੁਸਤ ਹੋਣਗੇ ਤਾਂ ਹੀ ਸਮੇਂ ਦੀ ਤਾਕਤ ਹੈ। ਜੇਕਰ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਯਾਦ ਕਰੋਗੇ ਤਾਂ ਤੁਹਾਨੂੰ ਮਦਦ ਹੋਵੇਗੀ। ਜਿਨ੍ਹਾਂ ਨੇ ਇੱਕ ਚੱਕਰ ਪਹਿਲੇ ਮਿਹਨਤ ਕਰਕੇ ਆਪਣਾ ਫਲ ਬਣਾਇਆ ਹੈ, ਹੁਣ ਗਵਾਹ ਬਣ ਕੇ ਦੇਖ ਰਹੇ ਹੋ। ਉਹ ਆਪਣਾ ਬੀਮਾ ਕਰਵਾਉਂਦੇ ਹੈ। ਬਾਬਾ ਆਖਦੇ ਨੇ
ਸਮਰਪਣ ਵੀ ਪੂਰਾ ਹੋਣਾ ਚਾਹੀਦਾ ਹੈ, ਉਹ ਬਹੁਤ ਵਧੀਆ ਉਹਦਾ ਹਾਸਲ ਕਰ ਸਕਦਾ ਹੈ। ਬਾਬਾ ਸਮਝਾਉਂਦੇ ਹੈ ਕਿ ਕਰਮਾਂ ਦੇ ਸਾਰੇ ਦੁੱਖ ਇੱਥੇ ਹੀ ਦੂਰ ਹੋਣੇ ਹੈ ਮਾਮੇ, ਬਾਕੀ ਕਰਮ ਲਿਖਾ ਇੱਥੇ ਹੀ ਨਵੇੜੇ ਜਾਣਗੇ। ਇਹ ਨਾ ਹੋਵੇ ਕਿ ਮੈਂ ਪਰਮਾਤਮਾ ਦਾ ਬਣਾਇਆ ਹਾਂ ਤਾਂ ਤੁਸੀਂ ਮੇਰੀ ਰੱਖਿਆ ਕਿਉਂ ਨਹੀਂ ਕਰਦੇ ਹੋ। ਨਹੀਂ, ਕਰਮਾਂ ਦਾ ਦੁੱਖ ਇੱਥੇ ਹੀ ਨਿਪਟਾਉਣਾ ਪੈਂਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਨਮਸਤੇ ਜੀ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਤੁਸੀਂ ਆਪਣੀ ਬੁੱਧੀ ਦੇ ਯੋਗ ਨਾਲ ਸੱਚੇ ਤੀਰਥ ਤੇ ਜਾਣਾ ਹੈ। ਨਾਸ਼ਵਾਨ ਦੌਲਤ ਦਾ ਪਿੱਛਾ ਕਰਦਿਆਂ ਆਪਣੀ ਕਿਸਮਤ ਨੂੰ ਬਰਬਾਦ ਨਹੀਂ ਕਰਨਾ ਹੈ। ਇੱਕ ਅਸਲੀ ਆਮਦਨੀ ਸੱਚੀ ਕਮਾਈ ਕਰਨੀ ਹੈ। ਨੰਬਰ 2, ਆਪਣੇ ਤਨ ਮਨ ਅਤੇ ਧਨ ਨਾਲ ਪੂਰਾ ਪਰਉਪਕਾਰੀ ਮਹਾਦਾਨੀ ਬਣੋ। ਤੁਹਾਨੂੰ 21 ਜਨਮਾਂ ਲਈ ਹਰ ਚੀਜ਼ ਦਾ ਬੀਮਾ ਕਰਵਾਉਣਾ ਪਵੇਗਾ। ਵਰਦਾਨ ਹੈ ਅੱਜ ਦਾ। ਦਿਵਯ ਬੁੱਧੀ ਦੇ ਬਲ ਦੁਆਰਾ ਪਰਮਾਤਮ ਟੱਚਿੰਗ ਦਾ ਅਨੁਭਵ ਕਰਨ ਵਾਲੇ ਮਾਸਟਰ ਸਰਵ ਸ਼ਕਤੀਵਾਨ ਭਵ। ਦਿਵਯ ਬੁੱਧੀ ਦੇ ਬਲ ਦੁਆਰਾ ਪਰਮਾਤਮ ਟੱਚਿੰਗ ਦਾ ਅਨੁਭਵ ਕਰਨ ਵਾਲੇ ਮਾਸਟਰ ਸਰਵ ਸ਼ਕਤੀਵਾਨ ਭਵ। ਦਿਵਯ ਬੁੱਧੀ ਦੀ ਸ਼ਕਤੀ ਕਿਹਾ ਜਾਂਦਾ ਹੈ। ਇਹ ਬੁੱਧੀ ਦੀ ਸ਼ਕਤੀ ਦੁਆਰਾ ਹੀ ਤੁਸੀਂ ਪਿਤਾ ਤੋਂ ਸਾਰੀਆਂ ਸ਼ਕਤੀਆਂ ਪ੍ਰਾਪਤ ਕਰਦੇ ਹੋ ਅਤੇ ਇੱਕ ਸਰਵ ਸ਼ਕਤੀਵਾਨ ਅਧਿਕਾਰੀ ਬਣ ਜਾਂਦੇ ਹੋ। ਉਦਾਹਰਨ ਵਜੋਂ ਵਿਗਿਆਨ ਬੁੱਧੀ ਦੀ ਸ਼ਕਤੀ ਹੈ, ਪਰ ਇਹ ਸਰੀਰਕ ਬੁੱਧੀ ਹੈ। ਇਸ ਲਈ ਇਹ ਕੇਵਲ ਇਸ ਸੰਸਾਰ ਅਤੇ ਕੁਦਰਤ ਬਾਰੇ ਸੋਚ ਸਕਦੀ ਹੈ। ਤੁਹਾਡੇ ਕੋਲ ਦਿਵਯ ਬੁੱਧੀ ਦੀ ਸ਼ਕਤੀ ਹੈ ਜੋ ਦਿਵਯ ਬੁੱਧੀ ਦੁਆਰਾ ਪ੍ਰਾਪਤੀ ਦਾ ਅਨੁਭਵ ਦਿੰਦੀ ਹੈ। ਦਿਵਯ ਬੁੱਧੀ ਨਾਲ ਹਰ ਕਿਰਿਆ ਵਿੱਚ ਪਰਮਾਤਮਾ ਦੀ ਸ਼ੁੱਧ ਛੋਹ ਅਨੁਭਵ ਕਰਦੇ ਹੋ। ਤੁਸੀਂ ਸਫਲਤਾ ਦਾ ਅਨੁਭਵ ਕਰਦੇ ਹੋ। ਦਿਵਯ ਬੁੱਧੀ ਦੀ ਸ਼ਕਤੀ ਨਾਲ ਤੁਸੀਂ ਮਾਇਆ ਦੇ ਹਮਲਿਆਂ ਨੂੰ ਹਰਾ ਸਕਦੇ ਹੋ। ਸਲੋਗਨ ਅੱਜ ਦਾ। ਜੋ ਗਿਆਨ ਦੇ ਮਾਸਟਰ ਸੂਰਜ ਬਣ ਜਾਂਦੇ ਹੈ ਅਤੇ ਹਰੇਕ ਨੂੰ ਗਿਆਨ ਦੀ ਰੋਸ਼ਨੀ ਅਤੇ ਸ਼ਕਤੀ ਪ੍ਰਦਾਨ ਕਰਦੇ ਹੈ, ਉਹ ਸੱਚੇ ਸੇਵਕ ਹੈ। ਜੋ ਗਿਆਨ ਦੇ ਮਾਸਟਰ ਸੂਰਜ ਬਣ ਜਾਂਦੇ ਹੈ ਅਤੇ ਹਰੇਕ ਨੂੰ ਗਿਆਨ ਦੀ ਰੋਸ਼ਨੀ ਅਤੇ ਸ਼ਕਤੀ ਪ੍ਰਦਾਨ ਕਰਦੇ ਹੈ, ਉਹ ਸੱਚੇ ਸੇਵਕ ਹੈ। ਚੰਗਾ, ਓਮ ਸ਼ਾਂਤੀ।